ਅੱਜ ਕੇਂਦਰੀ ਦੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਮੀਟਿੰਗ ਕੀਤੀ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਕਿਸਾਨਾਂ ਦੇ ਲਈ ਜਿਹੜਾ ਉਹਨਾਂ ਨੇ ਅਹਿਮ ਫੈਸਲਾ ਲਿਆ। ਮੀਟਿੰਗ ਹੋਈ ਜਿਹਦੇ ਵਿੱਚ ਮੁੱਦੇ ਤਾਂ ਕਈ ਵਿਚਾਰੇ ਗਏ, ਪਰ ਇੱਕ ਅਹਿਮ ਮੁੱਦਾ ਉਹਦੇ 'ਚ ਇਹ ਵਿਚਾਰਿਆ ਗਿਆ ਕਿ ਕਿਸਾਨਾਂ ਦੀ ਦਸ਼ਾ ਮੋਦੀ ਸਾਹਿਬ ਕਹਿੰਦੇ ਸੁਧਾਰਨੀ। ਅੱਜ ਦੀ ਮੀਟਿੰਗ ਦੇ ਵਿੱਚ ਕਹਿੰਦੇ ਉਹਨਾਂ ਨੇ ਜਿਹੜਾ 3 ਲੱਖ ਤੱਕ ਦਾ ਖੇਤੀ ਕਰਜ਼ਾ ਹੈ ਉਹਦੇ ਤੇ 1.5% ਜਿਹੜੀ ਵਿਆਜ ਦਰ ਆ ਉਹ ਘੱਟ ਕਰ ਦਿੱਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਉਹਨਾਂ ਨੇ ਮਰਦਮਸ਼ੁਮਾਰੀ ਦੇ ਲਈ ਅਧਿਆਪਕ ਜੋ ਮੰਗੇ ਗਏ ਸਨ ਉਹ ਦੇਣ ਤੋਂ ਇਨਕਾਰ ਕਰ ਦਿੱਤਾ। ਮੇਰਾ ਖਿਆਲ ਮਰਦਮਸ਼ੁਮਾਰੀ ਵਾਲਾ ਕੰਮ ਇੱਕ ਦਹਾਕੇ ਤੋਂ ਬਾਅਦ ਆਉਂਦਾ ਹੈ। ਉਹ ਕਹਿੰਦੇ ਅਸੀਂ ਇਸ ਮਾਮਲੇ ਦੇ ਵਿੱਚ ਗੈਰ ਅਧਿਆਪਨ ਵਾਲੇ ਵਿਅਕਤੀ ਪੜ੍ਹੇ ਲਿਖੇ ਉਹਨਾਂ ਨੂੰ ਲਵਾਂਗੇ, ਨਾਲ ਤਾਂ ਵਕਤੀ ਤੌਰ ਦੇ ਉੱਤੇ ਉਹਨਾਂ ਨੂੰ ਕੁਝ ਨਾ ਕੁਝ ਭੱਤਾ ਮਿਲ ਜਾਵੇਗਾ, ਉਹ ਕੰਮ ਤੇ ਵੀ ਲੱਗ ਜਾਣਗੇ। ਜਿਹੜਾ ਵਰਗ ਹੈਗਾ ਉਹ ਸਕੂਲਾਂ ਦੇ ਵਿੱਚ ਪੜ੍ਹਾਈ ਪ੍ਰਭਾਵਿਤ ਨਹੀਂ ਹੋਵੇਗੀ, ਉਹ ਸਕੂਲਾਂ ਦੇ ਵਿੱਚ ਆਪਣਾ ਪੜ੍ਹਾਈ ਦਾ ਕੰਮ ਕਰਨ। ਇਹ ਸਾਰਾ ਕੰਮ ਅਸੀਂ ਉਹਨਾਂ ਲੋਕਾਂ ਤੋਂ ਲਵਾਂਗੇ ਜਿਹੜੇ ਪੜ੍ਹੇ ਲਿਖੇ ਨੇ ਤੇ ਵਕਤੀ ਤੌਰ ਦੇ ਉੱਤੇ ਉਹਨਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋ ਸਕੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਹਿਮਾਚਲ ਪ੍ਰਦੇਸ਼ ਪਹੁੰਚੇ, ਜਿੱਥੇ ਉਹਨਾਂ ਨੇ 5 ਗਰੰਟੀਆਂ ਦਾ ਜਿਹੜਾ ਉਹ ਐਲਾਨ ਕੀਤਾ। ਜਿਹੜੀਆਂ 5 ਗਰੰਟੀਆਂ ਉਹਨਾਂ ਨੇ ਦਿੱਤੀਆਂ ਨੇ ਉਹਦੇ ਵਿੱਚ ਇੱਕ ਤਾਂ ਇੱਕ ਚੰਗੀ ਸਿੱਖਿਆ, ਦਿੱਲੀ ਦੇ ਪੈਟਰਨ ਦੇ ਉੱਤੇ ਸ਼ਾਨਦਾਰ ਸਕੂਲ, ਪ੍ਰਾਈਵੇਟ ਸਕੂਲਾਂ ਤੇ ਨਿਯੰਤਰਣ ਕਮਿਸ਼ਨ ਬਣੇਗਾ ਜਿਹੜਾ ਉਹਨਾਂ ਦੀਆਂ ਫੀਸਾਂ ਵਗੈਰਾ ਮਨਮਰਜ਼ੀ ਨਾਲ ਨਹੀਂ, ਸਗੋਂ ਜੋ ਸਰਕਾਰ ਦੇ ਨਿਯਮ ਹੋਣਗੇ ਉਹ ਉਹਨੇ ਮੁਤਾਬਕ ਵਧਾਏ ਜਾ ਸਕਣਗੇ। ਜਿਹੜੇ ਕੱਚੇ ਅਧਿਆਪਕ ਨੇ ਉਹ ਕਹਿੰਦੇ ਉਹਨਾਂ ਨੂੰ ਪੱਕੇ ਕਰਾਂਗੇ। ਆਮ ਆਦਮੀ ਪਾਰਟੀ ਵੱਲੋਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਨੇ, ਜਿਸ ਦੇ ਚੱਲਦੇ ਆ ਸਾਬਕਾ ਸਿੱਖਿਆ ਮੰਤਰੀ ਜਿਹੜੇ ਪ੍ਰਗਟ ਸਿੰਘ ਸੀਗੇ ਉਹਨਾਂ ਨੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜਾ ਉਹ ਤੰਜ ਕੱਸਿਆ। ਉਹਨਾਂ ਨੇ ਪਟਿਆਲੇ ਦੇ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਤੇ ਕਹਿੰਦੇ ਇੱਥੇ ਬਾਕੀ ਛੱਡੋ, ਜਿਹੜੀ ਹਲਕਾ ਡੰਗਰਾਂ 'ਚ ਹਲਕਾਪਣਾ ਆ ਜਾਂਦਾ ਹੈ, ਕੁੱਤਿਆਂ 'ਚ ਆ ਜਾਂਦਾ ਹੈ ਤੇ ਕਈ ਵਾਰ ਬੰਦਿਆਂ 'ਚ ਵੀ ਆ ਜਾਂਦਾ ਹੈ, ਉਹਦੇ ਟੀਕੇ ਹੀ। ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ, ਤਾਂ ਅੰਮ੍ਰਿਤਸਰ ਦੇ ਵਿੱਚ ਪੁਲਿਸ ਦੀ ਗੱਡੀ ਹੇਠਾਂ ਬੰਬ ਰੱਖਿਆ ਗਿਆ, ਜਿਸ ਦੇ ਵਿੱਚ ਦੋ ਵਿਅਕਤੀ ਨੇ ਜਿਹੜੇ ਉਹ ਏਅਰਪੋਰਟ ਜਿਹੜੇ ਗ੍ਰਿਫਤਾਰ ਕੀਤੇ। ਢੋਕੇ ਸਾਹਿਬ ਨੇ ਅੱਜ ਤਕਰੀਬਨ 10 ਕੁ ਵਜੇ ਜਦੋਂ ਉੱਥੇ ਦੌਰਾ ਕੀਤਾ ਕਹਿਤਾ ਸੀ ਕਿ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਹੋਵੇਗੀ, ਕਿਉਂਕਿ ਸੰਬੰਧਿਤ ਦੋਸ਼ੀਆਂ ਦੇ ਅਸੀਂ ਬਹੁਤ ਨੇੜੇ ਤੇੜੇ ਪਹੁੰਚ ਚੁੱਕੇ ਹਾਂ। ਜੇ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ, ਇਹਦਾ ਮਤਲਬ ਬਹੁਤ ਤੇਜ਼ੀ ਨਾਲ ਪੁਲਿਸ ਨੇ ਪੈੜ ਨੱਪੀ ਹੈ। ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਨੇ ਭਗਵੰਤ ਮਾਨ ਨੂੰ ਕਿਹਾ ਕਿ ਅਕਾਲੀ ਦਲ ਅਤੇ ਭਗਵੰਤ ਮਾਨ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ, ਸਿਰਫ ਪੱਗਾਂ ਦੇ ਰੰਗ ਹੀ ਬੋਲਦੇ। ਇੱਕ ਉਂਗਲ ਦੂਜਿਆਂ ਵਾਲੇ ਪਾਸੇ ਕਰਨ ਨੂੰ ਬਹੁਤ ਸ਼ੇਰ ਬੱਗੇ ਆ, ਤੇ ਜਿਹੜੀਆਂ 3 ਉਂਗਲਾਂ ਸਾਡੇ ਵਾਲੇ ਪਾਸੇ ਨੂੰ ਹੁੰਦੀਆਂ ਨੇ ਉਹਨਾਂ ਦੀ ਫਿਰ ਗੱਲ ਹੀ ਨਹੀਂ ਕੀਤੀ ਜਾਂਦੀ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਪ੍ਰੋਗਰਾਮ ਮੇਰੀ ਸੁਣੋ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖ ਵੱਖਰੇ ਮੁੱਦਿਆਂ ਦੀ ਚਰਚਾ ਕਰਦੇ ਤੇ ਚਰਚਾ ਕਰੀ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਲੋਈਆ, ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਇਸ ਪ੍ਰੋਗਰਾਮ ਦੀ, ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ ਵੱਖਰੀਆਂ ਖਬਰਾਂ ਲੈਂਦੇ ਹਾਂ, ਜਿਸ ਦੇ ਵਿੱਚ ਡੂੰਘਾਈ ਨਾਲ ਚਰਚਾ ਕਰਦੇ ਹਾਂ। ਤੇ ਅੱਜ ਕੇਂਦਰੀ ਦੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਮੀਟਿੰਗ ਕੀਤੀ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਕਿਸਾਨਾਂ ਦੇ ਲਈ ਜਿਹੜਾ ਉਹਨਾਂ ਨੇ ਅਹਿਮ ਫੈਸਲਾ ਲਿਆ ਜੀ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਜ ਕੇਂਦਰ ਦੇ ਮੰਤਰੀ ਮੰਡਲ ਦੀ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਮੁੱਦੇ ਤਾਂ ਕਈ ਵਿਚਾਰੇ ਗਏ, ਪਰ ਇੱਕ ਅਹਿਮ ਮੁੱਦਾ ਉਹਦੇ 'ਚ ਇਹ ਵਿਚਾਰਿਆ ਗਿਆ ਕਿ ਕਿਸਾਨਾਂ ਦੀ ਦਸ਼ਾ ਮੋਦੀ ਸਾਹਿਬ ਕਹਿੰਦੇ ਸੁਧਾਰਨੀ ਹੈ। 22 ਤਰੀਕ ਨੂੰ MS ਕਮੇਟੀ ਦੀ ਮੀਟਿੰਗ ਰੱਖ ਲਈ ਆ, ਭਾਵੇਂ ਕਿਸਾਨ ਜਥੇਬੰਦੀਆਂ ਉਹਦਾ ਵਿਰੋਧ ਕਰਦੀਆਂ ਨੇ। ਅੱਜ ਦੀ ਮੀਟਿੰਗ ਦੇ ਵਿੱਚ ਕਹਿੰਦੇ ਉਹਨਾਂ ਨੇ ਜਿਹੜਾ 3 ਲੱਖ ਤੱਕ ਦਾ ਖੇਤੀ ਕਰਜ਼ਾ ਹੈ ਉਹਦੇ ਤੇ 1.5% ਜਿਹੜੀ ਵਿਆਜ ਦਰ ਆ ਉਹ ਘੱਟ ਕਰ ਦਿੱਤੀ ਗਈ ਹੈ। ਇਹ ਗੱਲ ਤਾਂ ਕੋਈ ਮਾੜੀ ਨਹੀਂ, ਚੰਗੀ ਹੈ। ਜੇ ਕਿਸਾਨਾਂ ਨੂੰ ਸਸਤੀਆਂ ਦਰਾਂ ਦੇ ਉੱਤੇ, ਮੈਂ ਤਾਂ ਕਹਿੰਦਾ ਹੋਰ ਵੀ ਘਟਾ ਦੇਣਾ ਚਾਹੀਦਾ ਸੀ। ਚਲੋ ਜੋ ਕੁਝ ਵੀ ਕੀਤਾ ਉਹ ਨਹੀਂ ਸਹੀ,
ਇਸ ਦੇ ਨਾਲ ਕਿਸਾਨ ਜਥੇਬੰਦੀਆਂ ਪਤਾ ਨਹੀਂ ਉਹਦੇ ਨਾਲ ਉਹਨਾਂ ਦਾ ਸਹਿਮਤੀ ਬਣਦੀ ਵੀ ਹੈ ਕਿ ਨਹੀਂ ਬਣਦੀ, ਪਰ ਜੇ 1.5% ਵਿਆਜ ਦਰ ਘਟਾਈ ਹੈ ਤਾਂ ਥੋੜ੍ਹੀ ਬਹੁਤੀ ਰਾਹਤ ਜ਼ਰੂਰ ਹੋਵੇਗੀ, ਭਾਵੇਂ ਊਠ ਦੇ ਮੂੰਹ ਵਿੱਚ ਜੀਰਾ ਹੀ ਸਮਝਿਆ ਜਾਵੇ। ਜੀ ਇਹਦੇ ਚੱਲਦਿਆਂ ਜੇਕਰ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ, ਤਾਂ ਉਹਨਾਂ ਨੇ ਮਰਦਮਸ਼ੁਮਾਰੀ ਦੇ ਲਈ ਅਧਿਆਪਕ ਜੋ ਮੰਗੇ ਗਏ ਸਨ ਉਹ ਦੇਣ ਤੋਂ ਇਨਕਾਰ ਕਰ ਦਿੱਤਾ। ਮਰਦਮਸ਼ੁਮਾਰੀ ਕੇਂਦਰ ਸਰਕਾਰ ਵੱਲੋਂ ਕਰਾਈ ਜਾਂਦੀ ਹੈ। 16 ਮਾਰਚ ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵਜੋਂ ਹਲਫ ਲੈਂਦੇ ਨੇ ਖਟਕੜ ਕਲਾਂ ਦੇ ਵਿੱਚ। ਉਸ ਤੋਂ ਕੁਝ ਦਿਨਾਂ ਤੋਂ ਬਾਅਦ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਸਮਾਗਮ ਦੇ ਵਿੱਚ ਆਉਂਦੇ ਨੇ। ਇਹ ਉਹੀ ਸਮਾਗਮ ਹੈ ਜਿਹਦੇ ਵਿੱਚ ਪੱਤਰਕਾਰ ਪਹਿਲਾਂ ਬਿਠਾ ਤੇ ਬਾਅਦ ਦੇ ਵਿੱਚ ਬਾਹਰ ਕੱਢ ਦਿੱਤੇ ਗਏ ਸਨ। ਉੱਥੇ ਫਿਰ ਮਾਨ ਸਾਹਿਬ ਨੇ ਬੋਲਦਿਆਂ ਆਖਿਆ ਕਿ ਅਧਿਆਪਕਾਂ ਤੋਂ ਅਜੇ ਵੀ ਗੈਰ ਅਧਿਆਪਨ ਕੰਮ ਲਏ ਜਾਂਦੇ ਨੇ। ਉਹ ਕਹਿੰਦੇ ਕਿ ਹੁਣ ਵੱਡੀ ਪੱਧਰ ਦੇ ਉੱਤੇ ਅਧਿਆਪਕਾਂ ਦੀਆਂ ਡਿਊਟੀਆਂ ਮਰਦਮਸ਼ੁਮਾਰੀ ਵਾਸਤੇ ਲੱਗੀਆਂ। ਮੇਰਾ ਖਿਆਲ ਮਰਦਮਸ਼ੁਮਾਰੀ ਵਾਲਾ ਕੰਮ ਇੱਕ ਦਹਾਕੇ ਤੋਂ ਬਾਅਦ ਆਉਂਦਾ ਹੈ। ਉਹ ਕਹਿੰਦੇ ਅਸੀਂ ਇਸ ਮਾਮਲੇ ਦੇ ਵਿੱਚ ਗੈਰ ਅਧਿਆਪਨ ਵਾਲੇ ਵਿਅਕਤੀ ਪੜ੍ਹੇ ਲਿਖੇ ਉਹਨਾਂ ਨੂੰ ਲਵਾਂਗੇ, ਨਾਲ ਤਾਂ ਵਕਤੀ ਤੌਰ ਦੇ ਉੱਤੇ ਉਹਨਾਂ ਨੂੰ ਕੁਝ ਨਾ ਕੁਝ ਭੱਤਾ ਮਿਲ ਜਾਵੇਗਾ, ਉਹ ਕੰਮ ਤੇ ਵੀ ਲੱਗ ਜਾਣਗੇ ਤੇ ਅਧਿਆਪਨ ਜਿਹੜਾ ਵਰਗ ਹੈਗਾ ਉਹ ਸਕੂਲਾਂ ਦੇ ਵਿੱਚ ਪੜ੍ਹਾਈ ਪ੍ਰਭਾਵਿਤ ਨਹੀਂ ਹੋਵੇਗੀ। ਉਹ ਸਕੂਲਾਂ ਦੇ ਵਿੱਚ ਆਪਣਾ ਪੜ੍ਹਾਈ ਦਾ ਕੰਮ ਕਰਨ। ਇਹ ਸਾਰਾ ਕੰਮ ਅਸੀਂ ਉਹਨਾਂ ਲੋਕਾਂ ਤੋਂ ਲਵਾਂਗੇ ਜਿਹੜੇ ਪੜ੍ਹੇ ਲਿਖੇ ਨੇ ਤੇ ਵਕਤੀ ਤੌਰ ਦੇ ਉੱਤੇ ਉਹਨਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋ ਸਕੇਗਾ। ਜੀ ਇਸ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਹਿਮਾਚਲ ਪ੍ਰਦੇਸ਼ ਪਹੁੰਚੇ, ਜਿੱਥੇ ਉਹਨਾਂ ਨੇ 5 ਗਰੰਟੀਆਂ ਦਾ ਜਿਹੜਾ ਉਹ ਐਲਾਨ ਕੀਤਾ ਜੀ। ਉੱਥੇ ਜਿਹੜੀਆਂ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ ਨੇ, ਮੇਰੀ ਸੂਚਨਾ ਮੁਤਾਬਕ ਉੱਥੇ ਮਨੀਸ਼ ਸਿਸੋਦੀਆ ਗਏ ਨੇ ਜੀ। ਉਹ ਪਹਿਲਾਂ ਪੰਜਾਬ ਆਏ ਸਨ, ਮੋਹਾਲੀ ਦੇ ਵਿੱਚ ਉਹਨਾਂ ਨੇ ਇੱਕ ਮੁਹੱਲਾ ਕਲੀਨਿਕ ਚੈੱਕ ਕੀਤਾ ਜੀ। ਉਸ ਤੋਂ ਬਾਅਦ ਉਹ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸ਼ਿਮਲੇ ਪਹੁੰਚੇ। ਅੱਜ ਜਿਹੜੀਆਂ 5 ਗਰੰਟੀਆਂ ਉਹਨਾਂ ਨੇ ਦਿੱਤੀਆਂ ਨੇ ਉਹਦੇ ਵਿੱਚ ਇੱਕ ਤਾਂ ਇੱਕ ਚੰਗੀ ਸਿੱਖਿਆ, ਦਿੱਲੀ ਦੇ ਪੈਟਰਨ ਦੇ ਉੱਤੇ ਸ਼ਾਨਦਾਰ ਸਕੂਲ, ਪ੍ਰਾਈਵੇਟ ਸਕੂਲਾਂ ਤੇ ਨਿਯੰਤਰਣ ਕਮਿਸ਼ਨ ਬਣੇਗਾ ਜਿਹੜਾ ਉਹਨਾਂ ਦੀਆਂ ਫੀਸਾਂ ਵਗੈਰਾ ਮਨਮਰਜ਼ੀ ਨਾਲ ਨਹੀਂ, ਸਗੋਂ ਜੋ ਸਰਕਾਰ ਦੇ ਨਿਯਮ ਹੋਣਗੇ ਉਹ ਉਹਨੇ ਮੁਤਾਬਕ ਵਧਾਏ ਜਾ ਸਕਣਗੇ। ਨਜਾਇਜ਼ ਢੰਗ ਦੀਆਂ ਫੀਸਾਂ ਨਹੀਂ। ਜਿਹੜੇ ਕੱਚੇ ਅਧਿਆਪਕ ਨੇ ਉਹ ਕਹਿੰਦੇ ਉਹਨਾਂ ਨੂੰ ਪੱਕੇ ਕਰਾਂਗੇ। ਤੇ ਜਿਹੜੀ ਗੱਲ ਆਪਾਂ ਹੁਣ ਕਰਕੇ ਹਟੇ ਆ, ਭਗਵੰਤ ਸਿੰਘ ਮਾਨ ਨੇ ਕਹੀ ਹੈ ਕਿ ਅਧਿਆਪਕਾਂ ਤੋਂ ਦੂਜਾ ਕੰਮ ਨਹੀਂ ਲਿਆ ਜਾਵੇਗਾ, ਤਾਂ ਉਹਨਾਂ ਨੇ ਹਿਮਾਚਲ ਦੇ ਵਿੱਚ ਵੀ ਅਧਿਆਪਕ ਵਰਗ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਕੋਲੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ ਜੀ। ਇਹ 5 ਗਰੰਟੀਆਂ ਅੱਜ ਉਹਨਾਂ ਨੇ ਹਿਮਾਚਲ ਦੀ ਧਰਤੀ ਦੇ ਉੱਤੇ ਜਾ ਕੇ ਦਿੱਤੀਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਕਿੰਨਾ ਪ੍ਰਵਾਨ ਕਰਦੇ ਹੈ, ਕਿਉਂਕਿ ਦਸੰਬਰ ਦੇ ਵਿੱਚ ਹਿਮਾਚਲ ਤੇ ਗੁਜਰਾਤ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਜੀ। ਇਸ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਨੇ, ਜਿਸ ਦੇ ਚੱਲਦੇ ਆ ਸਾਬਕਾ ਸਿੱਖਿਆ ਮੰਤਰੀ ਜਿਹੜੇ ਪ੍ਰਗਟ ਸਿੰਘ ਸੀਗੇ ਉਹਨਾਂ ਨੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜਾ ਉਹ ਤੰਜ ਕੱਸਿਆ ਜੀ। ਦੇਖੋ ਜੇ ਇਹ ਸ਼ੁਰੂਆਤ ਹੋਈ ਹੈ ਜੀ, ਭਾਵੇਂ ਜਿਹੜੇ ਸਿਹਤ ਵਿਭਾਗ ਦੇ ਮਾਹਰ ਨੇ ਉਹ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਊਨਤਾਈਆਂ ਕੱਢ ਰਹੇ ਨੇ। ਜਿਵੇਂ ਜਿਵੇਂ ਸਮਾਂ ਬੀਤੇਗਾ ਸਾਨੂੰ ਪਤਾ ਲੱਗੇਗਾ ਕਿ ਕਿੰਨਾ ਕੁ ਲੋਕ ਇਹਨੂੰ ਅਪਣਾ ਰਹੇ ਨੇ। ਪਰ ਪ੍ਰਗਟ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਉਹ ਵਿਰੋਧੀ ਧਿਰ ਦੇ ਵਿੱਚ ਨੇ, ਉਹਨਾਂ ਨੂੰ ਕਹਿਣ ਦਾ ਹੱਕ ਬਣਦਾ ਹੈ। ਉਹ ਕਹਿੰਦੇ ਵੀ 100 ਟੈਸਟਾਂ ਦੀ ਗੱਲ ਇਹਨਾਂ ਨੇ ਕੀਤੀ ਸੀ ਪਹਿਲਾਂ, ਇਸ ਵੇਲੇ ਸਿਰਫ 41 ਟੈਸਟ ਹੋ ਰਹੇ ਨੇ। ਦੂਜਾ ਫੰਡ ਇਧਰਲੇ ਪਾਸੇ ਨੂੰ ਮੁਹੱਈਆ ਕਰਤਾ ਇਹਨਾਂ ਨੇ ਸਿਹਤ ਵਿਭਾਗ ਦਾ। ਹੋਰ तमाम ਕਿਸਮ ਦੇ ਇਲਜ਼ਾਮ ਉਹਨਾਂ ਨੇ ਲਾਏ ਨੇ। ਜੇ ਅਸੀਂ ਇਹਦੇ ਵਿੱਚ ਅੱਜ ਹਿੰਦੀ ਦਾ ਇੱਕ ਬਹੁਤ ਵੱਡਾ ਅਖਬਾਰ ਹੈ ਭਾਸਕਰ, ਉਹਨਾਂ ਨੇ ਵੱਖ-ਵੱਖ 12 ਜ਼ਿਲ੍ਹਿਆਂ ਦੇ ਮੁਹੱਲਾ ਕਲੀਨਿਕਾਂ ਦੀ ਜ਼ਮੀਨੀ ਹਕੀਕਤ ਤੈਅ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਸਭ ਤੋਂ ਵੱਧ ਮਰੀਜ਼ ਰੋਪੜ ਜ਼ਿਲ੍ਹੇ ਦੇ ਵਿੱਚ ਦੇਖੇ ਗਏ ਕੱਲ 300 ਤੇ 57। ਉਹ ਕਹਿੰਦੇ
ਕਈ ਥਾਵਾਂ ਤੇ ਦਵਾਈਆਂ ਨਹੀਂ। ਉਹਨਾਂ ਨੇ ਪਟਿਆਲੇ ਦੇ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਤੇ ਕਹਿੰਦੇ ਇੱਥੇ ਬਾਕੀ ਛੱਡੋ, ਜਿਹੜੀ ਹਲਕਾ ਡੰਗਰਾਂ 'ਚ ਹਲਕਾਪਣਾ ਆ ਜਾਂਦਾ ਹੈ, ਕੁੱਤਿਆਂ 'ਚ ਆ ਜਾਂਦਾ ਹੈ ਤੇ ਕਈ ਵਾਰ ਬੰਦਿਆਂ 'ਚ ਵੀ ਆ ਜਾਂਦਾ ਹੈ, ਉਹਦੇ ਟੀਕੇ ਹੀ ਨਹੀਂ। ਸੰਗਰੂਰ ਦੀ ਉਹ ਕਹਿੰਦੇ ਆ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਆਪਣਾ ਜ਼ਿਲ੍ਹਾ ਹੈ, ਇਹ ਭਾਸਕਰ ਅਖਬਾਰ ਦੀ ਰਿਪੋਰਟ ਹੈ ਜਿਹੜੀ ਇਹ ਕਹਿੰਦੀ ਹੈ ਕਿ ਉੱਥੇ 24 ਖੂਨ ਦੇ ਨਮੂਨੇ ਲਏ ਗਏ, ਇਹ ਸਾਰੇ ਦੇ ਸਾਰੇ ਨਮੂਨੇ ਨਿੱਜੀ ਹਸਪਤਾਲਾਂ ਨੂੰ ਭੇਜਤੇ, ਨਿੱਜੀ ਪ੍ਰਯੋਗਸ਼ਾਲਾਵਾਂ ਨੂੰ। ਚਲੋ ਵਿਰੋਧੀ ਧਿਰ ਵਾਲਿਆਂ ਨੇ ਤਾਂ ਵਿਰੋਧਤਾ ਕਰਨੀ ਹੁੰਦੀ ਹੈ, ਪਰ ਜਿਹੜੀ ਰਿਪੋਰਟ ਇਹ ਭਾਸਕਰ ਦੇ ਵਿੱਚ ਛਪੀ ਅੱਜ, ਇਹ ਰਿਪੋਰਟ ਦੱਸਦੀ ਹੈ ਕਿ ਜੇ ਇਹਨਾਂ ਨੇ ਕਾਮਯਾਬੀ ਦੇ ਨਾਲ ਇਸ ਮੁਹੱਲਾ ਕਲੀਨਿਕ ਨੂੰ ਜਾਂ ਆਮ ਆਦਮੀ ਪਾਰਟੀ ਕਲੀਨਿਕ ਨੂੰ ਚਲਾਉਣਾ ਹੈ ਤਾਂ ਸਿਹਤ ਮੰਤਰੀ ਸਾਹਿਬ ਨੂੰ ਇਹਦੇ ਤੇ ਵੱਡੀ ਪੱਧਰ ਤੇ ਜਾ ਕੇ ਗੰਭੀਰਤਾ ਨਾਲ ਸਾਰੇ ਸਿਸਟਮ ਨੂੰ ਲੈਣਾ ਪਵੇਗਾ। ਜੇ ਤੁਸੀਂ ਗੰਭੀਰਤਾ ਦੇ ਨਾਲ ਇਹ ਮਾਮਲੇ ਨੂੰ ਨਹੀਂ ਲਵੋਗੇ ਫਿਰ ਅੱਗਾ ਦੌੜ ਪਿੱਛਾ ਚੌੜ ਹੋਵੇਗਾ। ਹੁਣ ਮੁਹੱਲਾ ਕਲੀਨਿਕ ਜਿਹੜੇ ਹੈ ਆਮ ਆਦਮੀ ਕਲੀਨਿਕ, ਇਹਨਾਂ ਦੀ ਗਿਣਤੀ ਵੀ 100 ਕਰਤੀ ਆ। ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਅਗਲੇ ਸਮੇਂ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀਆਂ ਇਹ ਊਨਤਾਈਆਂ ਗਣਾਈਆਂ ਜਾ ਰਹੀਆਂ ਨੇ, ਹਾਲੇ ਕੁਝ ਸਮਾਂ ਚੱਲਣ ਦਿਓ। ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸਾਰੀਆਂ ਘਾਟਾਂ ਹੁੰਦੀਆਂ ਨੇ, ਪਰ ਸਰਕਾਰ ਨੇ ਕਿਹਾ ਅੱਜ ਤੱਕ ਕਰਕੇ ਚਲਾਉਣਾ ਹੈ। ਇਹ ਅਗਲੇ ਸਮੇਂ ਦੇ ਵਿੱਚ 6 ਮਹੀਨੇ ਚੱਲਣ ਦਿਓ। ਨਵੇਂ ਸਾਲ ਤੇ ਜਾ ਕੇ ਅਸੀਂ ਦੇਖਾਂਗੇ ਕਿ ਕਿੰਨੀ ਕੁ ਇਹਨਾਂ ਦੀ ਕਾਰਗੁਜ਼ਾਰੀ ਹੈ, ਕਿ ਉੱਥੇ ਜਿੰਨੇ ਪੈਸੇ ਇਹਨਾਂ ਨੇ ਕਹੇ ਨੇ, ਡਾਟਾ ਆਪਰੇਟਰ, ਪਰਚੀ ਕੱਟਣ ਵਾਲਾ, ਦੂਜਾ ਤੀਜਾ, ਇੱਕ ਮਰੀਜ਼ ਪਿੱਛੇ ਕਿਸੇ ਨੂੰ 12 ਰੁਪਏ ਦੇਣੇ, ਕਿਸੇ ਨੂੰ 11 ਰੁਪਏ ਦੇਣੇ, ਡਾਕਟਰ ਨੂੰ 50 ਰੁਪਏ ਦੇਣੇ ਆ, ਇਹ ਪ੍ਰੈਕਟੀਕਲ ਰੂਪ ਦੇ ਵਿੱਚ, ਜ਼ਮੀਨੀ ਹਕੀਕਤ ਦੇ ਵਿੱਚ ਕਿੱਥੋਂ ਤੱਕ ਖਰੇ ਉਤਰਦੇ ਨੇ। ਜੀ ਇਸ ਦੇ ਨਾਲ ਇੱਕ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ, ਤਾਂ ਅੰਮ੍ਰਿਤਸਰ ਦੇ ਵਿੱਚ ਪੁਲਿਸ ਅਧਿਕਾਰੀ ਦੀ ਗੱਡੀ ਹੇਠਾਂ ਬੰਬ ਰੱਖਿਆ ਗਿਆ, ਜਿਸ ਦੇ ਵਿੱਚ ਦੋ ਵਿਅਕਤੀ ਨੇ ਜਿਹੜੇ ਉਹ ਏਅਰਪੋਰਟ ਜਿਹੜੇ ਗ੍ਰਿਫਤਾਰ ਕੀਤੇ ਨੇ। ਅੱਜ ਸਵੇਰੇ ਸਾਡੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਸ਼੍ਰੀ RN ਢੋਕੇ ਸਾਹਿਬ ਉੱਥੇ ਗਏ ਸਨ ਮੌਕੇ ਦਾ ਦੌਰਾ ਕਰਨ। ਇਹ ਜਿਹਦੀ ਬਲੈਰੋ ਗੱਡੀ ਹੈ ਉਹ CIA ਸਟਾਫ ਅੰਮ੍ਰਿਤਸਰ ਦੇ ਵਿੱਚ ਇੰਚਾਰਜ ਆ, ਸਬ ਇੰਸਪੈਕਟਰ ਪੱਧਰ ਦੇ ਇਹ ਅਧਿਕਾਰੀ ਨੇ। ਪਰਸੋਂ ਰਾਤ ਨੂੰ ਉਹਨਾਂ ਦੇ ਗੱਡੀ ਦੇ ਥੱਲੇ ਵਿਸਫੋਟਕ ਸਮੱਗਰੀ ਲਾਈ ਗਈ, ਉਹਦਾ ਲਿੰਕ LED ਨਾਲ ਕੀਤਾ ਗਿਆ ਤੇ ਜੋ ਵੀ ਢੰਗ ਵਰਤਿਆ ਗਿਆ। ਢੋਕੇ ਸਾਹਿਬ ਨੇ ਅੱਜ ਤਕਰੀਬਨ 10 ਕੁ ਵਜੇ ਜਦੋਂ ਉੱਥੇ ਦੌਰਾ ਕੀਤਾ ਕਹਿਤਾ ਸੀ ਕਿ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਹੋਵੇਗੀ, ਕਿਉਂਕਿ ਸੰਬੰਧਿਤ ਦੋਸ਼ੀਆਂ ਦੇ ਅਸੀਂ ਬਹੁਤ ਨੇੜੇ ਤੇੜੇ ਪਹੁੰਚ ਚੁੱਕੇ ਹਾਂ। ਜੇ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ, ਇਹਦਾ ਮਤਲਬ ਬਹੁਤ ਤੇਜ਼ੀ ਨਾਲ ਪੁਲਿਸ ਨੇ ਪੈੜ ਨੱਪੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਹੜੇ ਦੋਏ ਵਿਅਕਤੀ ਨੇ, ਸੂਤਰਾਂ ਦੀ ਖਬਰ ਹੈ, ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ, ਦੋਵੇਂ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਤੇ ਇਹ ਵੀ ਦੱਸਿਆ ਜਾ ਰਿਹਾ ਅੱਜ ਜਿਹੜੀਆਂ ਮੌਕੇ ਦੇ ਉੱਤੇ ਰਿਪੋਰਟਰ ਗਏ ਨੇ, ਇੱਕ ਬੇਜ਼ਬਾਨ ਭਾਵ ਇੱਕ ਕੁੱਤੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਬਹੁਤ ਵੱਡੇ ਸੁਰਾਗ ਲਵਾਏ ਨੇ। ਕਈ ਵਾਰੀ ਸੀ ਇਹਨਾਂ ਬੇਜ਼ਬਾਨਾਂ ਨੂੰ ਦੁਰਕਾਰ ਵੀ ਦਿੰਦੇ ਆ, ਤੇ ਕਈ ਵਾਰੀ ਤੁਹਾਡੇ ਗੇਟਾਂ ਦੇ ਉੱਤੇ ਖੜ ਕੇ ਜਿਹੜੇ ਬੈਠੇ ਹੁੰਦੇ ਆ ਨਾ, ਭਾਵੇਂ ਅਵਾਰਾ ਹੀ ਹੋਣ, ਤੁਹਾਡੇ ਲਈ ਇਹੋ ਜਿਹਾ ਕੰਮ ਵੀ ਕਰ ਜਾਂਦੇ ਨੇ ਜਿਹੜਾ ਯਾਦ ਰੱਖਿਆ ਜਾਂਦਾ ਹੈ। ਤੇ ਕਈ ਵਾਰੀ ਇਹ ਐਡੇ ਖੁੰਖਾਰ ਹੋ ਜਾਂਦੇ ਨੇ ਕਿ ਬੱਚਿਆਂ ਨੂੰ ਵੀ ਨਹੀਂ ਬਖਸ਼ਦੇ। ਸੋ ਇਹਦੇ ਵਿੱਚ ਪਤਾ ਲੱਗਿਆ ਕਿ ਉਸ ਜਿਹੜੇ ਕੁੱਤੇ ਨੇ ਇਹਦੇ 'ਚ ਪੁਲਿਸ ਨੂੰ ਸੇਧ ਦਿੱਤੀ ਹੈ, ਤੇ ਮੈਨੂੰ ਲੱਗਦਾ ਥਾਣੇਦਾਰ ਸਾਹਿਬ ਉਹਦਾ ਸ਼ੁਕਰਗੁਜ਼ਾਰ ਕਰਨਗੇ ਤੇ ਉਹਨੂੰ ਪਾਲਤੂ ਕੁੱਤੇ ਵਾਂਗ ਹੁਣ ਤਾਂ ਰੱਖਣਗੇ ਵੀ। ਜੀ ਇਸ ਦੇ ਨਾਲ ਇੱਕ ਗੱਲ ਕੀਤੀ ਕਾਂਗਰਸ ਨੇ ਭਗਵੰਤ ਮਾਨ ਨੂੰ ਕਿਹਾ ਕਿ ਅਕਾਲੀ ਦਲ ਅਤੇ ਭਗਵੰਤ ਮਾਨ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ, ਸਿਰਫ ਪੱਗਾਂ ਦੇ ਰੰਗ ਹੀ ਬਦਲੇ ਨੇ। ਇਹ ਬਹੁਤ ਸਾਰੇ ਕਾਂਗਰਸੀ ਆਗੂ ਉਹਨਾਂ ਤੇ ਉਦੋਂ ਇਲਜ਼ਾਮ ਲਾਉਂਦੇ ਨੇ। ਸਾਡੇ ਇੱਥੇ ਇੱਕ ਰਿਵਾਜ ਆ ਕਿ ਅਸੀਂ
ਇੱਕ ਉਂਗਲ ਦੂਜਿਆਂ ਵਾਲੇ ਪਾਸੇ ਕਰਨ ਨੂੰ ਬਹੁਤ ਸ਼ੇਰ ਬੱਗੇ ਆ, ਤੇ ਜਿਹੜੀਆਂ 3 ਉਂਗਲਾਂ ਸਾਡੇ ਵਾਲੇ ਪਾਸੇ ਨੂੰ ਹੁੰਦੀਆਂ ਨੇ ਉਹਨਾਂ ਦੀ ਫਿਰ ਗੱਲ ਹੀ ਨਹੀਂ ਕੀਤੀ ਜਾਂਦੀ। ਇਹ ਵੀ ਤਾਜੀ ਗੱਲ ਉਸੇ 'ਚ ਹੀ ਹੈ। ਮਾਨ ਸਾਹਿਬ ਮੈਂਬਰ ਪਾਰਲੀਮੈਂਟ ਸਨ, ਪੰਜਾਬ ਦੇ ਪ੍ਰਧਾਨ ਸਨ, ਤੇ ਉਹਨਾਂ ਦੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਬੈਠੀ ਸੀ। 108 ਐਂਬੂਲੈਂਸਾਂ ਤੇ ਬਾਦਲ ਸਾਹਿਬ ਦੀ ਫੋਟੋ, ਲੜਕੀਆਂ ਨੂੰ ਤਕਸੀਮ ਕਰਨ ਵਾਲੇ ਸਾਈਕਲਾਂ ਤੇ ਬਾਦਲ ਸਾਹਿਬ ਦੀ ਫੋਟੋ, ਕਈ ਹੋਰਨਾਂ ਥਾਵਾਂ ਤੇ ਵੀ ਬਾਦਲ ਸਾਹਿਬ ਦੀ ਫੋਟੋ। ਤੇ ਅੱਜ ਜਿਹੜੇ ਇਹ ਮਹੱਲਾ ਕਲੀਨਿਕ ਬਣਾਏ ਗਏ ਨੇ ਉਹਨਾਂ ਤੇ ਭਗਵੰਤ ਸਿੰਘ ਮਾਨ ਦੀ ਫੋਟੋ। ਆ ਥਾਂ ਤੇ ਇਸ਼ਤਿਹਾਰਬਾਜ਼ੀ, ਜਦੋਂ ਮਾਨ ਸਾਹਿਬ, ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਸਾਹਿਬ ਦੇ ਪ੍ਰਤੀ ਇਹ ਕਹਿੰਦੇ ਸੀ ਕਿ ਕਰੋੜਾਂ ਰੁਪਈਆ ਇਸ ਪਾਸੇ ਖਰਚਿਆ ਜਾ ਰਿਹਾ ਹੈਗਾ, ਕੋਈ ਫਾਇਦਾ ਨਹੀਂ। ਅੱਜ ਉਸੇ ਪਦ ਮੁਕੱਦਮਾ ਤੇ ਇਹ ਚੱਲ ਪਏ। ਮਾਨ ਸਾਹਿਬ ਬਾਦਲ ਸਾਹਿਬ ਬਾਰੇ ਜਾਂ ਕੈਪਟਨ ਸਾਹਿਬ ਬਾਰੇ ਕਹਿੰਦੇ, ਜਾਂ ਕਾਂਗਰਸੀਆਂ ਨੇ ਇਹਨਾਂ ਬਾਰੇ ਚੱਕ ਲਿਆ। ਉਹ ਕਹਿੰਦੇ ਕੋਈ ਫਰਕ ਤਾਂ ਪਿਆ ਨਹੀਂ, ਪਹਿਲਾਂ ਬਾਦਲ ਸਾਹਿਬ ਦੀ ਫੋਟੋ ਸੀ, ਹੁਣ ਮਾਨ ਦੀ ਫੋਟੋ ਆ ਗਈ, ਤੇ ਫਿਰ ਫਰਕ ਕੀ ਆਇਆ? ਕਹਿੰਦੇ ਪੱਗਾਂ ਦਾ ਰੰਗ ਬਦਲਿਆ। ਇੱਕ ਨਾਟਕ ਹੁੰਦਾ ਸੀਗਾ ਗੁਰਸ਼ਰਨ ਭਾਜੀ ਦਾ, ਭਾਈ ਮੰਨਾ ਸਿੰਘ ਦਾ, ਕਿ ਇਹ ਰਾਜਸੀ ਲੋਕ ਕਿਵੇਂ ਕਿਵੇਂ ਰੰਗ ਬਦਲਦੇ ਨੇ ਗਿਰਗਟ ਵਾਂਗੂ। ਸੋ ਦੂਜੇ ਬਾਰੇ ਕਹਿਣਾ ਬਹੁਤ ਸੌਖਾ ਹੈ, ਤੇ ਜਦੋਂ ਆਪਦੇ ਤੇ ਉਹ ਉਂਗਲਾਂ 3 ਆਉਂਦੀਆਂ ਨੇ, ਉਹ ਅਸੀਂ ਕਦੇ ਸੋਚਿਆ ਨਹੀਂ। ਜੀ ਪੰਕਤ ਜੀ, ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਧਮਕੀ ਤਾਂ ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜਿਹੜੀ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ ਜੀ। ਇਹ ਸ਼ੀਤਲ ਅੰਗਰਾਲ ਜਲੰਧਰ ਪੱਛਮੀ ਦੇ ਵਿਧਾਇਕ ਨੇ। ਇਹ ਉਹੀ ਵਿਧਾਇਕ ਸਾਹਿਬ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਡਿਪਟੀ ਕਮਿਸ਼ਨਰ ਨਾਲ ਪੰਗਾ ਲਿਆ ਸੀ ਜਾ ਕੇ। ਉਹਨਾਂ ਦੀ ਤਸਵੀਰਾਂ ਕਾਰਗੁਜ਼ਾਰੀ ਵਾਇਰਲ ਹੋਈ ਤੇ ਡੀਸੀ ਦਫ਼ਤਰ ਨੇ ਕਹਿਤਾ ਸੀ ਕਿ ਅਸੀਂ ਕੰਮ ਹੀ ਨਹੀਂ ਕਰਨਾ, ਅਸੀਂ ਹੜਤਾਲ ਕਰਨ ਲੱਗੇ ਹਾਂ। ਫਿਰ ਮੁੱਖ ਮੰਤਰੀ ਨੇ ਦਖਲ ਦਿੱਤਾ ਤੇ ਇਹਨੂੰ ਜਾ ਕੇ ਮਾਫੀ ਮੰਗਣੀ ਪਈ। ਇਸ ਮਾਮਲੇ ਦੀ ਜਾਂਚ ਡੀਸੀਪੀ ਡਿਪਟੀ ਕਮਿਸ਼ਨਰ ਪੁਲਿਸ ਜਸਕਰਨਜੀਤ ਸਿੰਘ ਤੇਜਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਉਹ ਇਹ ਮਾਮਲੇ ਨੂੰ ਕਾਫੀ ਪੜਤਾਲ ਕਰ ਰਹੇ ਨੇ ਕਿ ਸਾਰਾ ਕੁਝ ਸਹੀ ਹੈ। ਉਹ ਫੋਨ ਦੀ ਜਾਂਚ ਵੀ ਹੋ ਰਹੀ ਹੈ ਜਿੱਥੋਂ ਇਹ ਫੋਨ ਆਏ ਨੇ। ਕਿਤੇ ਇਹ ਵੀ ਤਾਂ ਨਹੀਂ ਕਿ ਉਹ ਸੁਰੱਖਿਆ ਕਰਮਚਾਰੀਆਂ ਦਾ ਵਾਧਾ ਕਰਾਉਣ ਵਾਸਤੇ ਕੀਤਾ ਗਿਆ ਹੋਵੇ। ਜੋ ਵੀ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਮਹਿਸੂਸ ਕਰਦੇ ਆ ਕਿ ਅਗਲੇ ਸਮੇਂ ਦੇ ਵਿੱਚ ਜਸਕਰਨਜੀਤ ਸਿੰਘ ਤੇਜਾ ਜਾਂਚ ਤੋਂ ਬਾਅਦ ਉੱਥੋਂ ਦੇ ਪੁਲਿਸ ਕਮਿਸ਼ਨਰ ਤੱਕ ਪਹੁੰਚਾਉਣਗੇ ਤੇ ਪਤਾ ਲੱਗੇਗਾ ਕਿ ਜਿਹੜੀ ਇਹਨਾਂ ਨੂੰ ਧਮਕੀ ਆਈ ਹੈ ਕਿ ਉਹ ਸੱਚ ਵਿੱਚ ਧਮਕੀ ਹੈ ਜਾਂ ਕਿਤੇ ਕੋਈ ਹੋਰ ਕਾਰਨ ਤਾਂ ਨਹੀਂ ਬਣਦਾ। ਜੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਨੂੰ ਭਗਵੰਤ ਮਾਨ ਵੱਲੋਂ ਇੱਕ ਤੋਹਫਾ ਦਿੱਤਾ ਜਾ ਰਿਹਾ ਜੀ। ਇਹ ਤੋਹਫਾ ਇਹ ਹੈ ਕਿ ਜਿੱਥੇ ਸਾਡਾ ਹਵਾਈ ਅੱਡਾ ਹੈ, ਏਵੀਏਸ਼ਨ ਕਲੱਬ ਹੈ, ਹਵਾਬਾਜੀ ਕਲੱਬ ਹੈ, ਉਹਨਾਂ ਨੂੰ ਅਗਲੇ ਸਮੇਂ ਦੇ ਵਿੱਚ ਉਹ ਕਹਿੰਦੇ ਕਿ ਇੱਥੇ ਹਵਾਬਾਜੀ ਮਿਊਜ਼ੀਅਮ ਕਹਿੰਦੇ ਅਜਾਇਬ ਘਰ ਨੂੰ ਹਵਾਬਾਜੀ ਨਾਲ ਸੰਬੰਧਿਤ ਮਿਊਜ਼ੀਅਮ ਬਣਾਇਆ ਜਾ ਰਿਹਾ, ਜਿਹੜਾ ਕਿ ਸਾਡਾ ਐਰੋਡਰਮ ਬਣਿਆ ਹੋਇਆ ਬਿਲਕੁਲ ਉਹਦੇ ਨਾਲ, ਤੇ ਇੰਜੀਨੀਅਰਿੰਗ ਕਾਲਜ ਵੀ ਹੈ ਇਹਨਾਂ ਹਵਾਈ ਜਹਾਜ਼ਾਂ ਦੀ ਸਿਖਲਾਈ ਵਾਲਾ। ਉਹਦੇ ਬਿਲਡਿੰਗ ਦੇ ਵਿੱਚ, ਉਹਦੀ ਇਮਾਰਤ ਦੇ ਵਿੱਚ ਉਸਾਰਿਆ ਜਾ ਰਿਹਾ ਹੈ। ਇੱਕ ਚੰਗੀ ਗੱਲ ਹੈ ਜੀ, ਇੱਥੇ ਉਹਨਾਂ ਨੇ ਦਿੱਤਾ ਹੈ ਤੇ ਕੈਪਟਨ ਸਾਹਿਬ ਤਾਂ ਕਰਵਾ ਨਹੀਂ ਸਕੇ, ਨਾ ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ, ਜਿਹੜੇ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਨੇ ਕੇਂਦਰ ਵਿੱਚ, ਕੇਂਦਰੀ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੇ ਵੀ ਰਹੇ ਨੇ। ਹੋਰ ਤਾਂ ਹੋਰ ਛੱਡੋ, ਉਹ ਆਪਣੇ ਮਹਿਕਮੇ ਦਾ ਪਾਸਪੋਰਟ ਦਫ਼ਤਰ ਵੀ ਇੱਥੇ ਖਲਵਾ ਨਹੀਂ ਸਕੇ। ਜੀ ਇਸ ਦੇ ਨਾਲ ਜੇਕਰ ਗੱਲ ਕੀਤੀ ਹੈ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਕਾਟੋ-ਕਲੇ ਛਿੜਾ ਲਗਾਤਾਰ ਜਾਰੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਇੱਕ ਵਿਧਾਇਕ ਦੇ ਵਿਚਾਰ ਕਾਟੋ-ਕਲੇ ਚੱਲ ਰਿਹਾ ਸੀ, ਜਿਸ ਦੇ ਵਿੱਚ ਹੁਣ ਕੁੱਦੇ ਨੇ ਢਿੱਲੋਂ ਸਾਹਿਬ ਕੁੱਦੇ ਨੇ, ਉਹਨਾਂ ਬਾਰੇ ਕੀ ਕਹਿਣਾ ਜੀ? ਦੇਖੋ, ਜਿਹੜੇ ਅਬੋਹਰ ਦੇ ਵਿਧਾਇਕ ਨੇ ਸੰਦੀਪ ਜਾਖੜ,
ਇਹ ਸਾਬਕਾ ਪ੍ਰਧਾਨ ਪ੍ਰਦੇਸ਼ ਕਾਂਗਰਸ ਸੁਨੀਲ ਜਾਖੜ ਸਾਹਿਬ ਦੇ ਭਤੀਜੇ ਨੇ। ਜਦੋਂ ਸੁਨੀਲ ਜਾਖੜ ਸਾਹਿਬ ਭਾਰਤੀ ਜਨਤਾ ਪਾਰਟੀ ਵਿੱਚ ਜਾ ਰਲੇ, ਉਸ ਤੋਂ ਬਾਅਦ ਕਾਂਗਰਸ ਦੀਆਂ ਦੂਰੀਆਂ ਵਧਣੀਆਂ ਸੁਭਾਵਿਕ ਹੀ ਸੀ। ਮੈਂ ਅੱਜ ਵੀ ਕਹਿੰਦਾ ਕਿ ਸੁਨੀਲ ਜਾਖੜ ਵਰਗੇ ਵਿਅਕਤੀ ਨੂੰ ਇਹ ਕਾਂਗਰਸ ਸਾਂਭ ਨਹੀਂ ਸਕੀ। ਸੁਨੀਲ ਜਾਖੜ ਸਾਹਿਬ ਬਹੁਤ ਠੰਮੇ ਵਾਲੇ ਵਿਅਕਤੀ ਸਨ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ, ਚੰਨੀ ਸਾਹਿਬ ਵੇਲੇ ਵੀ, ਨਵਜੋਤ ਸਿੰਘ ਸਿੱਧੂ ਤੇ ਚੰਨੀ ਦੇ ਵਿਚਾਲੇ ਵੀ ਕੰਮ ਕਰਦੇ ਸੀ। ਲੋਕ ਇਹਨਾਂ ਨੂੰ ਭਾਵੇਂ ਚਾਹੁੰਦੇ ਵੀ ਹੋਣ, ਪਰ ਇਹਨਾਂ ਨੇ ਇਹ ਧਾਰ ਲਈ ਸੀ ਕਿ ਸਾਨੂੰ ਕਿਹੜਾ ਇਸ ਦੁਬਾਰਾ ਸੱਤਾ 'ਚ ਲਿਆਉਣ ਵਾਲਾ ਜਨਮਿਆ ਹੈ। ਇਹ ਆਪਦਾ ਕੰਮ ਕਰਦੇ ਰਹੇ। ਲੋਕਾਂ ਦੇ ਵਿੱਚ ਇਹ ਗੱਲ ਆਮ ਪ੍ਰਚਲਿਤ ਹੈ ਕਿ ਜਿਹੜਾ ਨੁਕਸਾਨ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਦਲ ਨੇ ਕਰਨਾ ਸੀ ਪੰਜਾਬ ਦੇ ਕਾਂਗਰਸ ਦਾ, ਪੰਜਾਬ ਸਰਕਾਰ ਦਾ, ਪਿਛਲੀ ਚੰਨੀ ਵਾਲੀ ਦਾ, ਉਦੋਂ ਵੱਧ ਧਵੱਚੜ ਇਹਨਾਂ ਆਪੇ ਪਾਇਆ, ਆਪਣਾ ਬੇੜਾ ਗਰਕ ਆਪ ਕੀਤਾ। ਪ੍ਰਧਾਨ ਕੁਛ ਬੋਲਦਾ ਸੀ, 4-5 ਦਿਨ ਤਾਂ ਬੜੇ ਇਕੱਠੇ ਰਹੇ। ਚੰਨੀ ਬਾਈ ਇੱਧਰ ਚੱਲ, ਚੰਨੀ ਬਾਈ ਉੱਧਰ ਚੱਲ, ਚੰਨੀ ਬਾਈ ਇੱਥੇ ਚਾਹ ਪੀ, ਚੰਨੀ ਬਾਈ ਅੱਜ ਸੰਤਾਂ ਦੇ ਚੱਲ, ਚੰਨੀ ਬਾਈ ਦਰਬਾਰ ਸਾਹਿਬ ਮੱਥਾ ਟੇਕਣ ਚੱਲ, ਚੰਨੀ ਬਾਈ ਆਪਾਂ ਇਕੱਠੇ ਪਾਲਕੀ ਸਾਹਿਬ ਨੂੰ ਮੋਢਾ ਵੀ ਦਈਏ। ਤੇ ਹਫ਼ਤੇ ਕੁ ਬਾਅਦ ਪਤਾ ਨਹੀਂ ਕਿਹੜੀ ਬਿੱਲੀ ਰਾਹ ਕੱਟ ਗਈ। ਚੰਨੀ ਆਮ ਤੌਰ ਤੇ ਸਾਡੀਆਂ 4 ਦਿਸ਼ਾਵਾਂ ਨੇ, ਇਹਨਾਂ ਕਾਂਗਰਸੀਆਂ ਨੇ 400 ਦਿਸ਼ਾਵਾਂ ਪੈਦਾ ਕਰ ਲਈਆਂ। ਕੋਈ ਕਿਧਰੇ ਨੂੰ ਜਾਵੇ, ਕੋਈ ਕਿਧਰੇ ਨੂੰ ਚਾਹਵੇ। ਤੇ ਜਿਹੜੇ ਰੋਂਦੇ ਘੋੜੀ ਚੜ੍ਹਦੇ ਹੁੰਦੇ ਆ ਨਾ, ਉਹ ਫਿਰ ਡੋਲੇ ਵਿਆਹ ਕੇ ਨਹੀਂ ਮੁੜਦੇ ਹੁੰਦੇ, ਖਾਲੀ ਹੱਥ ਬਰੰਗ ਵਾਪਸ ਆਇਆ ਕਰਦੇ ਆ। ਇਹਨਾਂ ਨੇ ਆਪਣਾ ਬੇੜਾ ਆਪ ਗਰਕ ਕੀਤਾ। ਹੁਣ ਇੱਕ ਬੜਾ ਟੈਕਨੀਕਲ ਸਵਾਲ ਹੈ, ਉਹੀ ਮਾਮਲਾ ਬੀਬੀ ਪ੍ਰਨੀਤ ਕੌਰ ਵਾਲੇ ਮਾਮਲੇ 'ਚ ਹੈ ਕਿ ਸੰਦੀਪ ਜਾਖੜ ਕਹਿੰਦੇ ਨੇ ਕਿ ਉਹਨਾਂ ਨੂੰ ਇਹ ਇਲਜ਼ਾਮ ਲਾਉਂਦੇ ਆ ਵਰਿੰਦਰ ਢਿੱਲੋਂ ਹੋਰੀ ਵੀ ਤੁਸੀਂ ਤਾਂ ਇਹ ਚਾਹੁੰਦੇ ਹੋ ਤੁਹਾਨੂੰ ਪਾਰਟੀ 'ਚੋਂ ਕੱਢਿਆ ਜਾਵੇ ਤਾਂ ਕਿ ਤੁਸੀਂ ਵਿਧਾਇਕ ਕਾਇਮ ਰਹਿ ਸਕੋ। ਕਦੇ ਅਸਤੀਫਾ ਦਿਓ, ਦੁਬਾਰਾ ਆ ਜਾਓ ਤੇ ਪਤਾ ਲੱਗ ਜੂ ਤੁਹਾਡੇ ਇਲਾਕੇ 'ਚ ਕਿੰਨੀ ਕੁ ਪੋਪੂਲੈਰਿਟੀ ਹੈ। ਇਹੀ ਗੱਲ ਪ੍ਰਨੀਤ ਕੌਰ ਵਾਲੇ ਮਾਮਲੇ 'ਚ ਹੈ। ਉਹਨਾਂ ਦੇ ਧਰਮ ਪਤੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਬਣਾ ਕੇ ਭਾਰਤੀ ਜਨਤਾ ਪਾਰਟੀ ਨਾਲ ਜਾ ਚਲੇ। ਉਹਨਾਂ ਨੇ ਅਜੇ ਤੱਕ ਮੈਂਬਰ ਪਾਰਲੀਮੈਂਟ ਛੱਡੀ ਨਹੀਂ। ਇਹੀ ਗੱਲ ਵਰਿੰਦਰ ਸਿੰਘ ਢਿੱਲੋਂ ਨੇ ਸੰਦੀਪ ਜਾਖੜ ਸਾਹਿਬ ਤੇ ਇਲਜ਼ਾਮ ਲਾਏ ਨੇ ਵੀ ਜੇ ਤੁਹਾਡਾ ਮਨ ਭਰ ਗਿਆ ਕਾਂਗਰਸ ਤੋਂ, ਚਾਚਾ ਜੀ ਦੇ ਨਾਲ ਹੀ ਜਾਣਾ ਹੈ, ਫਿਰ ਪਹਿਲਾਂ ਅਸਤੀਫਾ ਦੇ ਦਿਓ, ਦੁਬਾਰਾ ਚੋਣ ਲੜ ਲਿਓ। ਜੀ ਇਸ ਦੇ ਨਾਲ ਇੱਕ ਗੱਲ ਕੀਤੀ ਹੈ ਮੁਫਤ ਸਹੂਲਤਾਂ ਦੀ, ਤਾਂ ਇਸ ਨੂੰ ਲੈ ਕੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਿਆ ਜਿਸ ਦੀ ਸੁਣਵਾਈ ਅਜੇ ਚੱਲ ਰਹੀ ਹੈ ਜੀ। ਇਹਦੀ ਸੁਣਵਾਈ ਅਗਲੀ ਸ਼ਨੀਵਾਰ ਤੇ ਪੈ ਗਈ ਹੈ ਜੀ। ਇਹਦੇ ਵਿੱਚ ਜਿਹੜੇ ਮੁੱਖ ਜੱਜ ਨੇ NV ਰਮੰਨਾ ਸਾਹਿਬ, ਉਹਨਾਂ ਨੇ ਕਿਹਾ ਸਾਰੇ ਆਪੋ ਆਪਣੇ ਐਫੀਡੇਵਿਟ ਦਿਓ। ਜਿਹੜੇ ਇੱਕ ਵਕੀਲ ਸਾਹਿਬ ਨੇ, ਉਹਨਾਂ ਦਾ ਨਾਂ ਹੈਗਾ ਮਿਸਟਰ ਵਿਕਾਸ ਸਿੰਘ, ਤੇ ਦੂਜੇ ਪਾਸੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇ ਉਪਾਧਿਆਏ ਸਾਹਿਬ, ਉਹ ਵੀ ਵਕੀਲ ਨੇ, ਉਹ ਸ਼ਿਕਾਇਤਕਰਤਾ ਨੇ। ਅਜੇ ਸਾਰੀਆਂ ਧਿਰਾਂ ਨੇ ਇਹਦੇ ਵਿੱਚ ਐਫੀਡੇਵਿਟ ਅਦਾਲਤ ਦੇ ਵਿੱਚ ਦਾਇਰ ਨਹੀਂ ਕੀਤੇ। ਉਹ ਲੋਕ ਇਹ ਉਡੀਕਦੇ ਆ ਕਿ ਹਫ਼ਤਾ ਤਾਂ ਇੱਕ ਰਹਿ ਗਿਆ। NV ਰਮੰਨਾ ਸਾਹਿਬ ਦਾ 27 ਤਰੀਕ ਨੂੰ ਤਾਂ ਨਵੇਂ ਮੁੱਖ ਜੱਜ ਸਾਹਿਬ ਨੇ ਅਹੁਦਾ ਸੰਭਾਲਣਾ ਹੈ, ਵੀ ਇਸੇ ਤਰ੍ਹਾਂ ਟਾਈਮ ਵਗੈਰਾ ਲੰਘ ਜਾਵੇ। ਪਰ ਜਿੱਥੋਂ ਤੱਕ ਇਹ ਚੀਜ਼ ਚਲੀ ਗਈ ਹੈ, ਉਹ ਕਹਿੰਦੇ ਸਿੱਖਿਆ ਨੂੰ, ਪਾਣੀ ਨੂੰ, ਇਹਨੂੰ ਮੁਕਤਖੋਰੀ ਨਹੀਂ ਕਿਹਾ ਜਾ ਸਕਦਾ। ਮੁਕਤਖੋਰੀ ਕਿਹਨੂੰ ਕਿਹਾ ਜਾ ਸਕਦਾ, ਇਹ ਸਾਰਾ ਕੁਝ ਪਤਾ ਲੱਗਣਾ ਚਾਹੀਦਾ ਹੈ। ਫਿਰ ਜਾ ਕੇ ਪਤਾ ਲੱਗੇਗਾ ਕਿ ਕੀ ਅਸੀਂ ਕਿਹੜੇ ਪਾਸੇ ਜਾਈਏ, ਕੀ ਕਰ ਰਹੇ ਹਾਂ। ਔਰ ਅਗਲੀ ਤਰੀਕ ਤੱਕ ਚੀਫ ਜਸਟਿਸ ਸਾਹਿਬ ਨੇ ਕਹਿਤਾ ਕਿ ਆਪੋ ਆਪਣੇ ਐਫੀਡੇਵਿਟ ਆਪਣੇ ਵਕੀਲਾਂ ਰਾਹੀਂ ਲਿਆ ਕੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕਰੋ। ਜੀ, ਜੇਕਰ ਗੱਲ ਕੀਤੀ ਹੈ ਨਸ਼ੇ, ਤਾਂ 1000 ਕਰੋੜ ਦਾ ਨਸ਼ੀਲਾ ਪਦਾਰਥ ਆ ਜਿਹੜਾ ਗੁਜਰਾਤ ਦੇ ਵਿੱਚੋਂ ਫੜਿਆ ਗਿਆ ਜੀ। ਭੰਗੂ ਸਾਹਿਬ, ਇਹ ਨਸ਼ੀਲਾ ਪਦਾਰਥ ਜਿਹੜਾ ਜ਼ਬਤ ਕੀਤਾ ਗਿਆ ਹੈ, ਇਹ ਅਕਲੇਸ਼ਵਰ ਜਗ੍ਹਾ ਹੈ ਜਿੱਥੇ 1026 ਕਿਲੋ ਮੇਫੇਡਰੋਨ, ਉਹਦਾ ਮਾਲਕ ਵੀ ਗ੍ਰਿਫਤਾਰ ਕਰ ਲਿਆ ਗਿਆ।
ਉਹ ਮਾਲਕ ਕਹਿੰਦੇ ਉਹਨੂੰ ਰਸਾਇਣ ਵਿਗਿਆਨ ਦੀ ਡਿਗਰੀ ਆ ਉਹਦੇ ਕੋਲ ਗ੍ਰੈਜੂਏਸ਼ਨ ਦੇ ਵਿੱਚ, ਇਹਦਾ ਮਤਲਬ ਜਾਂ ਮੈਡੀਕਲ ਜਾਂ ਨਾਨ ਮੈਡੀਕਲ ਹੋਵੇਗਾ। 13 ਅਗਸਤ ਨੂੰ 513 ਕਿਲੋਗ੍ਰਾਮ ਹੋਰ ਮੈਫੇਡਰੋਨ ਫੜਿਆ ਗਿਆ ਹੈਗਾ ਗਿਰੀਰਾਜ ਦੀਕਸ਼ਿਤ ਕੋਲੋਂ। ਉੱਥੋਂ ਗੱਲ ਗਾਹਾਂ ਨੂੰ ਚੱਲੀ। ਇਸ ਤੋਂ ਪਹਿਲਾਂ ਪਾਲਾਕਰ ਜ਼ਿਲ੍ਹਾ ਨਲੋਸਪੇਰਾ, ਉੱਥੇ ਵੀ ਕਹਿੰਦੇ ਇਹ 1400 ਕਰੋੜ ਦਾ ਫੜਿਆ ਗਿਆ। ਕੁੱਲ 7 ਵਿਅਕਤੀ ਇਸ ਮਾਮਲੇ 'ਚ ਗ੍ਰਿਫਤਾਰ ਹੋ ਗਏ ਨੇ। ਤੇ ਇਦੋਂ ਪਹਿਲਾਂ ਅਡਾਨੀਆਂ ਦੀ ਬੰਦਰਗਾਹ ਤੋਂ, ਅਡਾਨੀਆਂ ਦੀ ਪਤਾ ਕਿਹਦੀ ਜਿਹਦੀ ਵੀ ਆ ਵੱਡੇ ਘਰ ਦੀ ਜਿਹਦੀ ਉਹ ਬੰਦਰਗਾਹ ਹੈ ਡਰਾਈ ਪੋਰਟ, ਉਹਦੇ ਤੋਂ 3300 ਕਰੋੜ ਦਾ ਨਸ਼ਾ ਫੜਿਆ ਗਿਆ ਸੀ। ਇਹ ਸਾਰੇ ਸ਼ੁਭ ਕੰਮ ਗੁਜਰਾਤ 'ਚ ਹੀ ਕਿਉਂ ਹੋ ਰਹੇ ਨੇ? ਤੇ ਹੁਣ ਗੁਜਰਾਤ ਦੇ ਵਿੱਚ ਉੱਥੋਂ ਦੀ ਸਰਕਾਰ ਨੇ 11 ਸੱਜਣਾਂ ਨੂੰ ਬਰੀ ਕਰਤਾ, ਸਜ਼ਾ ਮਾਫ ਕਰਤੀ, ਜਿਹੜੇ ਸਮੂਹਕ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਸੀ। ਤੇ ਜਿਹੜੇ ਕਰੋੜਾਂ ਅਰਬਾਂ ਢਕਾਰ ਕੇ ਵਿਦੇਸ਼ਾਂ 'ਚ ਐਸ਼ੋ ਆਰਾਮ ਕਰ ਰਹੇ ਨੇ, ਉਹ ਦੇਸ਼ ਭਗਤ ਵੀ ਗੁਜਰਾਤ ਨਾਲ ਹੀ ਸੰਬੰਧਿਤ ਨੇ। ਇਹ ਸਾਰਾ ਕੁਝ ਹੀ ਗੁਜਰਾਤ 'ਚ ਹੋ ਰਿਹਾ ਹੈਗਾ। ਬੜਾ ਹਾਸੋਹੀਣੀ ਗੱਲ ਨਜ਼ਰ ਆ ਰਹੀ ਹੈ ਜੀ। ਜੇਕਰ ਗੱਲ ਕੀਤੀ ਹੈ ਬਿਜਲੀ ਤਾਂ ਸਮੇਂ ਸਿਰ ਜੇਕਰ ਬਿਜਲੀ ਜਿਹੜੀ ਖਰੀਦ ਰਹੇ ਆ ਉਹਦੀ ਅਦਾਇਗੀ ਨਾ ਕੀਤੀ ਗਈ ਤਾਂ ਨਿੱਜੀ ਕੰਪਨੀਆਂ ਜਿਹੜੀ ਉਹ ਸਪਲਾਈ ਰੋਕ ਸਕਦੀਆਂ ਨੇ ਜੀ। ਪੰਗੂ ਸਾਹਿਬ, ਇਸ ਵੇਲੇ ਇੱਕ ਬਹੁਤ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਕਿ ਜਿਹੜੇ ਵਿੱਤੀ ਸੰਸਥਾਵਾਂ ਪੰਜਾਬ ਦੇ ਬਿਜਲੀ ਨਿਗਮ ਨੂੰ ਕਰਜ਼ਾ ਦਿੰਦੇ ਸੀ, ਉਹਨਾਂ ਦੀ ਥਾਂ ਤੇ ਬਿਜਲੀ ਨਿਗਮ ਨੂੰ ਆਪਣਾ ਬਿਜਲੀ ਦਾ ਸਟਾਫ ਤੇ ਹੋਰਾਂ ਨੂੰ ਤਨਖਾਹਾਂ ਵਗੈਰਾ ਚਲਾਉਣ ਲਈ ਨਿੱਜੀ ਬੈਂਕਾਂ ਤੋਂ ਕਰਜ਼ਾ ਲੈਣਾ ਪੈ ਰਿਹਾ। ਉਹਨਾਂ ਦੀਆਂ ਸ਼ਰਤਾਂ ਨਰਮ ਹੁੰਦੀਆਂ ਨੇ, ਵਿਆਜ ਜ਼ਿਆਦਾ ਹੁੰਦਾ ਹੈ। ਪਹਿਲਾਂ ਨਿੱਜੀ ਸੰਸਥਾਵਾਂ ਤੋਂ ਇਹ ਘੱਟ ਵਿਆਜ ਤੇ ਪੈਸਾ ਪ੍ਰਾਪਤ ਹੁੰਦਾ ਸੀ ਤੇ ਨਿੱਜੀ ਬੈਂਕਾਂ ਤੋਂ ਹੁਣ ਇਹ ਪੈਸਾ ਜਾਂ ਜ਼ਿਆਦਾ ਉਸ ਨਾਲ ਪ੍ਰਾਪਤ ਕਰਨਾ ਪੈ ਰਿਹਾ ਹੈਗਾ। ਉਹਦਾ ਬੋਝ ਵੱਧ ਗਿਆ। ਤੇ ਇੱਕ ਪਾਸੇ 1900 ਕਰੋੜ ਰੁਪਈਆ ਜੋ ਇੱਕ ਅਖਬਾਰ ਨੇ ਅੱਜ ਲਿਖਿਆ ਹੈ ਕਿ ਬਿਜਲੀ ਨਿਗਮ ਦਾ ਸਰਕਾਰਾਂ ਵੱਲ ਸਬਸਿਡੀਆਂ ਦਾ ਖੜਾ ਹੈ। ਨਿੱਜੀ ਖੇਤਰਾਂ ਤੋਂ ਪਹਿਲਾਂ ਹੀ ਅੱਜ 5 ਮਹੀਨੇ ਹੋ ਗਏ ਤੇ ਮੌਜੂਦਾ ਸਰਕਾਰ ਨੇ ਇੱਕ ਸਫਾ ਵੀ ਨਹੀਂ ਲਿਖਿਆ ਕਿ ਜਿਹੜੀਆਂ ਅਕਾਲੀ ਭਾਜਪਾ ਸਰਕਾਰ ਵੇਲੇ ਨਿੱਜੀ ਤਪ ਬਿਜਲੀ ਘਰਾਂ ਨਾਲ ਸਮਝੌਤੇ ਹੋਏ ਨੇ ਉਹ ਕਿਵੇਂ ਹੋਏ ਨੇ। ਬਾਹਰ ਬਹਿ ਕੇ ਤੰਜ ਕੱਸਣਾ ਬਹੁਤ ਹੁੰਦਾ ਹੈ। ਤੇ ਅੱਜ ਜਦੋਂ ਗੱਲ ਤੇ ਪੈ ਗਈ, ਨਾ ਕੈਪਟਨ ਅਮਰਿੰਦਰ ਸਿੰਘ ਨਾ ਚਰਨਜੀਤ ਸਿੰਘ ਚੰਨੀ, ਤੇ 5 ਮਹੀਨਿਆਂ ਤੋਂ ਹੁਣ ਭਗਵੰਤ ਸਿੰਘ ਮਾਨ ਨੇ ਵੀ ਪਿੱਠ ਕੀਤੀ ਹੋਈ ਆ ਉਧਰ ਨੂੰ। ਦੱਸੋ ਉਹਦੇ 'ਚ ਗਲਤ ਕੀ ਸੀ? ਜੇ ਤੁਸੀਂ ਨਹੀਂ ਦੱਸਦੇ ਫਿਰ ਤਾਂ ਸੁਖਬੀਰ ਸਿੰਘ ਬਾਦਲ ਸ਼ੇਰ ਬਣ ਕੇ ਆਖੇਗਾ ਨਾ 24 ਦੀਆਂ ਚੋਣਾਂ 'ਚ ਕਿ ਇਹਨਾਂ ਨੇ ਦੱਸਿਆ ਨਾ ਫਿਰ ਸਾਡਾ ਕੀ ਗਲਤ ਕੀਤਾ ਸੀ। ਅਸੀਂ ਤਾਂ ਸਰਪਲਸ ਵਾਲਾ ਸੂਬਾ ਬਣਾਤਾ, ਜਦੋਂ ਕਿ ਬਿਜਲੀ ਮਾਹਰ ਸਾਰਾ ਕੁਝ ਦੱਸੀ ਜਾਂਦੇ ਨੇ ਵੀ ਉਹ 'ਚ ਕੀਆ ਹੋਇਆ, ਕੀਆ ਚੰਦ ਕੀ ਚੜਿਆ। ਸੋ ਇਸ ਕਰਕੇ ਜੇ ਉਹਨਾਂ ਨੇ ਹੱਥ ਖਿੱਚ ਲਏ, ਉਹਨਾਂ ਨੂੰ ਬਿਜਲੀ ਅਦਾਇਗੀਆਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ, ਜੇ ਉਹਨਾਂ ਨੇ ਬਿਜਲੀ ਦੇਣੀ ਬੰਦ ਕਰਤੀ, ਇਹ ਤਾਂ ਸ਼ੁਕਰ ਕਰੋ ਰੱਬ ਦਾ ਕਿ ਇੰਦਰ ਦੇਵਤਾ ਦੀ ਮਿਹਰਬਾਨੀ ਕਈ ਥਾਵਾਂ ਤੇ ਵਧੀਆ ਹੋ ਗਈ, ਕਈ ਥਾਵਾਂ ਤੇ ਲੋੜ ਤੋਂ ਵੱਧ ਹੋ ਗਈ, ਜਿਹਨੇ ਹੜ ਲਿਆ ਤੇ ਇਹਨਾਂ ਨੂੰ ਇਸ ਵਾਰ ਬਿਜਲੀ ਸੰਕਟ ਚੋਂ ਕੱਢ ਲਿਆ। ਨਹੀਂ ਤਾਂ ਸਾਨੂੰ ਨਿੱਜੀ ਖੇਤਰ ਦੇ ਵਿੱਚੋਂ ਬਿਜਲੀ ਦੀ ਖਰੀਦ ਹੋਰ ਵੱਡੇ ਪੱਧਰ ਤੇ ਕਰਨੀ ਪੈਣੀ ਸੀ। ਜੀ ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕੀਤੀ ਹੈ। ਜਲਦ ਹਾਜ਼ਰ ਹੋਵਾਂਗੇ ਨਵਾਂ ਪ੍ਰੋਗਰਾਮ ਲੈ ਕੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ।